ਆਪ ਸਭ ਦਾ ਸਵਾਗਤ ਹੈ YouTube ਚੈਨਲ ਸਬਜੈਕਟ ਮਾਸਟਰਸ ਤੇ। ਆਪਾਂ ਇਸ ਚੈਨਲ ਤੇ CDPO ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸਰ ਦੀਆਂ ਜਿਹੜੀਆਂ ਵੈਕੈਂਸੀਜ਼ ਆਊਟ ਹੋਈਆਂ ਨੇ ਜੀ, ਉਹਦੀ ਆਪਾਂ ਨੇ ਜਿਹੜੀ ਪ੍ਰੈਪਰੇਸ਼ਨ ਆ ਉਹ ਸਟਾਰਟ ਕੀਤੀ ਹੈ। ਆਲਰੇਡੀ ਆਪਾਂ ਜਿਹੜੀ ਇੱਕ ਵੀਡੀਓ ਇਹਦੇ ਤੇ ਡਿਸਕਸ ਕਰ ਚੁੱਕੇ ਹਾਂ। ਯੂਨਿਟ 1 ਦਾ ਜਿਹੜਾ ਫਸਟ ਟੌਪਿਕ ਸੀ ਉਹ ਅਸੀਂ ਨੇ ਜਿਹੜਾ ਡਿਸਕਸ ਕੀਤਾ ਸੀ ਕੱਲ੍ਹ, ਠੀਕ ਹੈ। ਜਿਹੜੀ ਇਸ ਤੋਂ ਪਹਿਲਾਂ ਵਾਲੀ ਵੀਡੀਓ ਸੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਜਿਹੜਾ ਟੌਪਿਕ ਹੈ ਉਹ ਡਿਸਕਸ ਕਰਾਂਗੇ। ਦੇਖੋ, ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣਾ ਜਾਂ ਤਾਂ ਸਿਲੇਬਸ ਦਾ ਪ੍ਰਿੰਟ ਆਊਟ ਕਢਵਾ ਲਓ ਜਾਂ ਫਿਰ ਤੁਸੀਂ ਨੋਟ ਕਰ ਸਕਦੇ ਹੋ ਸਿਲੇਬਸ ਨੂੰ। PPSC ਦੀ ਜਿਹੜੀ ਅਫੀਸ਼ੀਅਲ ਸਾਈਟ ਹੈ ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ ਆਪਾਂ ਨੇ ਇਸ ਚੈਨਲ 'ਤੇ ਇੱਕ ਜਿਹੜੀ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਕਿ ਕਿੰਨੀ ਕੁਆਲੀਫਿਕੇਸ਼ਨ ਹੈ, ਪੇ ਸਕੇਲ ਕੀ ਹੈ, ਪੇਪਰ ਪੈਟਰਨ ਕੀ ਹੈ ਅਤੇ ਸਿਲੇਬਸ ਕੀ ਹੈ, ਉੱਥੋਂ ਤੁਸੀਂ ਆਪਣੀ ਨੋਟਬੁੱਕ 'ਤੇ ਵੀ ਜਿਹੜਾ ਨੋਟ ਕਰ ਸਕਦੇ ਹੋ। ਜਿਹੜਾ ਟੌਪਿਕ ਅਸੀਂ ਕਰਵਾਵਾਂਗੇ ਆਪਣਾ, ਤੁਸੀਂ ਉੱਥੇ ਟਿਕ ਲਗਾਤਾ ਤਾਂ ਜੋ ਤੁਹਾਨੂੰ ਪਤਾ ਲੱਗੂਗਾ ਕਿ ਸਿਲੇਬਸ 'ਚ ਆਪਣਾ ਕਿੰਨਾ ਕੁ ਜਿਹੜਾ ਸਿਲੇਬਸ ਆਪਣਾ ਕਵਰ ਹੋ ਗਿਆ ਅਤੇ ਪਿੱਛੇ ਕਿੰਨਾ ਸਿਲੇਬਸ ਰਹਿੰਦਾ ਹੈ। ਫ੍ਰੀ ਆਫ ਕਾਸਟ ਜਿਹੜੀ ਆਪਾਂ ਇਸ ਚੈਨਲ 'ਤੇ ਤੁਹਾਡੀ ਜਿਹੜੀ CDPO ਦੇ ਪੇਪਰ ਦੀ ਤਿਆਰੀ ਕਰਵਾਵਾਂਗੇ, ਠੀਕ ਹੈ ਜੀ। ਚਲੋ ਆਪਾਂ ਡਿਸਕਸ ਕਰਦੇ ਹਾਂ ਨੈਕਸਟ ਟੌਪਿਕ। ਕੱਲ੍ਹ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਆਪਾਂ ਨੇ ਡੈਫੀਨੇਸ਼ਨ ਆਫ ਚਾਈਲਡ ਦੀ ਡੈਫੀਨੇਸ਼ਨ ਪੜ੍ਹੀ ਸੀ। ਉਸ ਤੋਂ ਬਾਅਦ ਗਰੋਥ ਅਤੇ ਡਿਵੈਲਪਮੈਂਟ ਬਾਰੇ ਪੜ੍ਹਿਆ ਸੀ ਕਿ ਗਰੋਥ ਕੀ ਹੁੰਦੀ ਹੈ, ਡਿਵੈਲਪਮੈਂਟ ਕੀ ਹੁੰਦੀ ਹੈ। ਗਰੋਥ ਅਤੇ ਡਿਵੈਲਪਮੈਂਟ ਦੇ ਵਿੱਚ ਆਪਾਂ ਨੇ ਡਿਫਰੈਂਸ ਦੇਖਿਆ ਸੀ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਸਟੇਜਸ ਪੜ੍ਹੀਆਂ ਸੀ, ਠੀਕ ਹੈ। ਸਟੇਜਸ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀ ਜਿਵੇਂ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀਆਂ ਸਟੇਜਸ ਪੜ੍ਹੀਆਂ ਸੀ ਕਿ ਪ੍ਰੀਨੈਟਲ ਸਟੇਜ ਹੋ ਗਈ, ਇਨਫੈਂਸੀ ਹੋ ਗਿਆ, ਚਾਈਲਡਹੁੱਡ ਹੋ ਗਿਆ, ਐਡੋਲਸੈਂਸ ਹੋ ਗਿਆ। ਇਹ ਸਾਰਾ ਕੁਛ ਆਪਾਂ ਪਿਛਲੀ ਵੀਡੀਓ 'ਚ ਜਿਹੜਾ ਆਪਾਂ ਨੇ ਡਿਸਕਸ ਕਰ ਲਿਆ। ਜਿਨ੍ਹਾਂ ਨੇ ਉਹ ਵਾਲੀ ਵੀਡੀਓ ਨਹੀਂ ਦੇਖੀ, ਇਹ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਤੁਸੀਂ ਜਿਹੜੀ ਫਸਟ ਵੀਡੀਓ ਹੈ ਉਹਨੂੰ ਆਪਣਾ ਤੁਸੀਂ ਸਮਝੋ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਕਿ ਕਿਹੜਾ ਟੌਪਿਕ ਆਪਾਂ ਨੇ ਜਿਹੜਾ ਸਟਾਰਟ ਕੀਤਾ ਕਿ ਉਹਦਾ ਕਿੰਨਾ ਕੁ ਪਾਰਟ ਜਿਹੜਾ ਕਵਰ ਹੋ ਗਿਆ। ਤਾਂ ਆਪਾਂ ਥੋੜ੍ਹਾ ਜਿਹਾ ਜਿਹੜਾ ਹੈਗਾ ਗਰੋਥ ਅਤੇ ਡਿਵੈਲਪਮੈਂਟ ਬਾਰੇ ਪੜ੍ਹਾਂਗੇ, ਠੀਕ ਹੈ ਜੀ। ਵੈਸੇ ਆਪਾਂ ਨੇ ਕੱਲ੍ਹ ਡਿਟੇਲ 'ਚ ਪੜ੍ਹ ਲਿਆ ਸੀ, ਥੋੜ੍ਹਾ ਜਿਹਾ ਆਪਾਂ ਅੱਜ ਦੇਖਾਂਗੇ ਕਿ ਤੁਹਾਨੂੰ ਯਾਦ ਹੈਗਾ ਉਹ ਚੀਜ਼ ਕਿ ਨਹੀਂ ਹੈਗੀ, ਠੀਕ ਹੈ। ਗਰੋਥ ਕੀ ਸੀ ਪਹਿਲਾਂ ਆਪਣੇ ਮਾਈਂਡ 'ਚ ਸੋਚੋ, ਕਿਹੜੀ ਚੀਜ਼ ਨੂੰ ਗਰੋਥ ਕਿਹਾ ਸੀ। ਗਰੋਥ ਮਤਲਬ ਜਿਹੜੀ ਫਿਜ਼ੀਕਲੀ ਚੇਂਜਸ ਆਉਂਦੀਆਂ ਨੇ, ਮਤਲਬ ਬੱਚੇ ਦੀ ਬਾਡੀ 'ਚ ਜਿਵੇਂ ਕਿ ਉਹਦਾ ਵੇਟ ਇਨਕਰੀਜ਼ ਹੁੰਦਾ, ਉਹਦੀ ਹਾਈਟ ਇਨਕਰੀਜ਼ ਹੁੰਦੀ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ, ਗਰੋਥ। ਜਿਨ੍ਹਾਂ ਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ ਕਿ ਕਿੰਨਾ ਵਜ਼ਨ ਹੈ ਬੱਚੇ ਦਾ, ਇੰਨੇ ਕਿਲੋ ਵਜ਼ਨ ਹੈ ਨਾ, ਅਤੇ ਇੰਨੇ ਸੈਂਟੀਮੀਟਰ ਜਾਂ ਇੰਨੇ ਫੁੱਟ ਉਹਦੀ ਜਿਹੜੀ ਹਾਈਟ ਹੈ। ਕੁਆਂਟੀਟੇਟਿਵ ਹੈ, ਇਹਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ ਕੁਆਂਟਿਟੀ 'ਚ, ਸੈਂਟੀਮੀਟਰ 'ਚ, ਫੁੱਟ 'ਚ, ਠੀਕ ਹੈ। ਸੈਕਿੰਡ ਪੁਆਇੰਟ, ਰੈਫਰਸ ਟੂ ਫਿਜ਼ੀਕਲ ਐਸਪੈਕਟਸ ਓਨਲੀ। ਇਹਦੇ ਵਿੱਚ ਜਿਹੜੀ ਫਿਜ਼ੀਕਲੀ ਮੈਜ਼ਰਮੈਂਟ ਹੁੰਦੀ ਹੈ, ਹਾਈਟ, ਵੇਟ, ਉਹ ਤੋਂ ਬਿਨਾਂ ਹੋਰ ਕੋਈ ਵੀ ਮੈਜ਼ਰਮੈਂਟ ਨਹੀਂ ਹੁੰਦੀ। ਸਟੋਪਸ ਐਟ ਸਰਟਨ ਪੀਰੀਅਡ ਆਫ ਲਾਈਫ। ਜਿਹੜੀ ਗਰੋਥ ਹੈ ਇੱਕ ਟਾਈਮ ਐਵੇਂ ਦਾ ਆਉਂਦਾ ਹੈ ਜਿਹਦੇ 'ਤੇ ਜਾ ਕੇ ਉਹ ਰੁਕ ਜਾਂਦੀ ਹੈ। ਦੇਖੋ, ਕਦੇ ਤੁਸੀਂ ਐਵੇਂ ਦੇਖਿਆ ਕਿ ਅਗਰ ਕੋਈ ਵੀ ਜਿਹੜਾ ਪਰਸਨ ਹੈ ਉਹਦੀ ਉਮਰ 70 ਸਾਲ ਤੱਕ ਹੋ ਗਈ ਅਤੇ 70 ਸਾਲ ਤੱਕ ਹੀ ਉਹਦੀ ਹਾਈਟ ਵੱਧਦੀ ਜਾਵੇ? ਨਹੀਂ, ਕੋਈ ਪਰਟੀਕੂਲਰ ਇੱਕ ਲਿਮਿਟ ਹੁੰਦੀ ਹੈ, ਠੀਕ ਹੈ, ਕਿ ਉਸ ਲਿਮਿਟ ਤੱਕ ਜਿਹੜੀ ਉਹ ਮਤਲਬ ਕਿ ਚਾਈਲਡ ਹੈ ਕਿ ਉਹਦੀ ਜਿਹੜੀ ਹਾਈਟ ਵੱਧਦੀ ਹੈ। ਆਫਟਰ ਦੈਟ ਜਿਹੜੀ ਉਹਦੀ ਜਿਹੜੀ ਹਾਈਟ ਹੈ ਉਹ ਵਧਣੋਂ ਰੁਕ ਜਾਂਦੀ ਹੈ। ਤਾਂ ਕਰਕੇ ਉਹਨੂੰ ਆਪਾਂ ਕੀ ਬੋਲਾਂਗੇ, ਗਰੋਥ ਬੋਲਾਂਗੇ। ਸਟੋਪਸ ਐਟ ਸਰਟਨ ਪੀਰੀਅਡ ਆਫ ਲਾਈਫ। ਕੈਨ ਵੀ ਮੈਜ਼ਰਡ, ਇਹ ਤੁਹਾਨੂੰ ਦੱਸ ਦਿੱਤਾ ਕਿ ਗਰੋਥ ਹੈ ਜਿਹੜੀ ਉਹਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ, ਠੀਕ ਹੈ ਜੀ। ਸੈਕਿੰਡ ਆਪਣੇ ਕੋਲ ਆ ਗਿਆ ਡਿਵੈਲਪਮੈਂਟ। ਡਿਵੈਲਪਮੈਂਟ ਕੀ ਹੁੰਦੀ ਹੈ? ਗਰੋਥ ਸੀ ਜਿਹਨੂੰ ਅਸੀਂ ਮੈਜ਼ਰ ਕਰ ਸਕਦੇ ਸੀ, ਜਿਹੜੀ ਪਰਟੀਕੂਲਰ ਕੋਈ ਉਹਦੀ ਲਿਮਿਟ ਹੁੰਦੀ ਹੈ ਜਿਹ ਤੋਂ ਬਾਅਦ ਉਹ ਰੁਕ ਜਾਂਦੀ ਹੈ। ਜੇ ਐਵੇਂ ਨਹੀਂ ਯਾਦ ਰਹਿੰਦਾ, ਸਿੱਧਾ ਮਾਈਂਡ 'ਚ ਸੋਚੋ ਕਿ ਹਾਈਟ ਹੈ, ਹਾਈਟ ਇੱਕ ਪਰਟੀਕੂਲਰ ਲਿਮਿਟ ਹੁੰਦੀ ਹੈ ਕਿ ਉਹ ਤੋਂ ਬਾਅਦ ਹਾਈਟ ਬੱਚੇ ਦੀ ਨਹੀਂ ਵੱਧਦੀ, ਤਾਂ ਉਹਨੂੰ ਆਪਾਂ ਗਰੋਥ 'ਚ ਕਾਊਂਟ ਕਰਾਂਗੇ। ਹੁਣ ਆ ਗਈ ਗੱਲ ਡਿਵੈਲਪਮੈਂਟ ਦੀ। ਜੇ ਡਿਵੈਲਪਮੈਂਟ 'ਚ ਗੱਲ ਕਰੀਏ, ਡਿਵੈਲਪਮੈਂਟ 'ਚ ਸਾਰਾ ਕੁਛ ਆ ਜਾਂਦਾ। ਸਾਰਾ ਕੁਛ ਮਤਲਬ ਕਿ
ਇਹਦੇ ਵਿੱਚ ਆਪਾਂ ਫਿਜ਼ੀਕਲੀ ਮੈਜ਼ਰਮੈਂਟ ਵੀ ਦੇਖਦੇ ਹਾਂ, ਠੀਕ ਹੈ। ਉਹ ਤੋਂ ਬਿਨਾਂ ਥਿੰਕਿੰਗ ਕਪੈਸਿਟੀਜ਼, ਕੀ ਸੋਚਦਾ ਬੱਚਾ, ਸੋਸ਼ਲ ਅਤੇ ਇਮੋਸ਼ਨਲ ਬਿਹੇਵੀਅਰ, ਉਹਦਾ ਓਵਰਆਲ ਜਿਹੜੀ ਆਪਾਂ ਗੱਲ ਕਰਦੇ ਹਾਂ ਉਹ ਡਿਵੈਲਪਮੈਂਟ ਹੈ। ਹੁਣ 3 ਸਾਲ ਦਾ ਬੱਚਾ ਹੈ, ਠੀਕ ਹੈ, ਉਹਦੀ ਸਮਝ ਲਾ ਲਓ, 15 ਸਾਲ ਦਾ ਬੱਚਾ ਅਤੇ ਉਹਦੀ ਸਮਝ ਲਾ ਲਓ, ਦੋਨਾਂ ਦੀ ਸਮਝ 'ਚ, ਦੋਨਾਂ ਦੀ ਥਿੰਕਿੰਗ ਕਪੈਸਿਟੀ 'ਚ ਡਿਫਰੈਂਸ ਹੈ। ਤਾਂ ਉਹ ਆਪਾਂ ਇਹ ਨਹੀਂ ਕਵਾਂਗੇ ਕਿ ਬੱਚਾ ਗਰੋ ਕਰ ਰਿਹਾ ਹੈ, ਉਹਨੂੰ ਆਪਾਂ ਕਵਾਂਗੇ ਕਿ ਬੱਚਾ ਡਿਵੈਲਪ ਕਰ ਰਿਹਾ, ਠੀਕ ਹੈ। ਤਾਂ ਜਿਹੜੀ ਡਿਵੈਲਪਮੈਂਟ ਹੈ ਇਹ ਕੀ ਹੈ, ਕੁਆਂਟੀਟਿਵ ਵੀ ਹੈ ਅਤੇ ਕੁਆਲੀਟੇਟਿਵ ਵੀ ਹੈ। ਕੁਆਂਟੀਟਿਵ ਮਤਲਬ ਫਿਜ਼ੀਕਲੀ ਵੀ ਇਹ 'ਚ ਮੈਜ਼ਰਮੈਂਟ ਆ ਜਾਂਦੀ ਹੈ, ਜਿਹਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ। ਕੁਆਲੀਟੇਟਿਵ ਮਤਲਬ ਕੁਆਲਿਟੀ, ਥਿੰਕਿੰਗ ਕਪੈਸਿਟੀ ਵੱਧਦੀ ਹੈ ਬੱਚੇ ਦੀ ਏਜ ਦੇ ਹਿਸਾਬ ਨਾਲ, ਨਵੀਆਂ ਨਵੀਆਂ ਜਿਹੜੀਆਂ ਗੱਲਾਂ ਸਿੱਖਦਾ, ਇਹ ਸਾਰਾ ਕੁਛ। ਸੈਕਿੰਡ ਪੁਆਇੰਟ, all aspects such as physical, cognitive, language, social and emotional ਡਿਵੈਲਪਮੈਂਟ ਦੇ ਵਿੱਚ ਸਾਰਾ ਕੁਛ ਹੀ ਆ ਜਾਂਦਾ ਹੈ। ਫਿਜ਼ੀਕਲੀ ਜਿਹੜੀਆਂ ਉਹਦੇ 'ਚ ਚੇਂਜਸ ਆਉਂਦੀਆਂ ਨੇ, ਕੋਗਨੀਟਿਵ ਮਤਲਬ ਜਿਹੜੀਆਂ ਉਹਦੀਆਂ ਬ੍ਰੇਨ ਦੀਆਂ ਪਾਵਰ ਨੇ ਉਹ ਡਿਵੈਲਪ ਹੁੰਦੀਆਂ ਨੇ, ਨਾ ਕਿ ਗਰੋ ਕਰਦੀਆਂ ਨੇ, ਡਿਵੈਲਪ ਹੁੰਦੀਆਂ ਨੇ। ਲੈਂਗੁਏਜ, ਨਵੇਂ ਨਵੇਂ ਵਰਡ ਸਿੱਖਦਾ, 2 ਸਾਲ ਦਾ, 3 ਸਾਲ ਦਾ, ਮੰਨ ਲਓ 5 ਸਾਲ ਦਾ ਬੱਚਾ ਹੈ, ਠੀਕ ਹੈ, ਥੋੜ੍ਹਾ ਮੋਟਾ ਸਿੱਖਦਾ ਬੋਲਣਾ। 10 ਸਾਲ ਦਾ ਬੱਚਾ ਡੇਲੀ ਨਵੀਆਂ ਨਵੀਆਂ ਜਿਹੜੇ ਵਰਡ ਸਿੱਖਦਾ। ਲੈਂਗੁਏਜ, ਸੋਸ਼ਲ ਅਤੇ ਇਮੋਸ਼ਨਲ ਬਿਹੇਵੀਅਰ, ਉਹਨੂੰ ਪਤਾ ਲੱਗ ਜਾਂਦਾ, ਇਮੋਸ਼ਨਸ, ਠੀਕ ਹੈ, ਖੁਸ਼ੀ ਗਮੀ ਮਹਿਸੂਸ ਕਰਨ ਲੱਗ ਜਾਂਦਾ ਹੈ। ਅਤੇ ਰਾਈਟ ਅਤੇ ਰੋਂਗ ਦੀ ਜਿਹੜੀ ਉਹਨੂੰ ਸਮਝ ਹੋ ਜਾਂਦੀ ਹੈ ਕਿ ਕੀ ਸਹੀ ਹੈ ਕੀ ਗਲਤ ਹੈ। ਉਹਨੂੰ ਅਸੀਂ ਡਿਵੈਲਪਮੈਂਟ ਕਵਾਂਗੇ, ਉਹਨੂੰ ਅਸੀਂ ਗਰੋਥ ਨਹੀਂ ਕਵਾਂਗੇ। ਕੰਟੀਨਿਊਸ ਟਿਲ ਡੈਥ, ਠੀਕ ਹੈ। ਕਹਿੰਦੇ ਜਿਹੜਾ ਇਹ ਲਾ ਲਓ ਵੀ ਮਰਨ ਤੱਕ ਜਿਹੜੀ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ। ਇਹਨੂੰ ਅਸੀਂ ਹੋਰ ਕੀ ਲਿਖ ਸਕਦੇ ਹਾਂ, ਡਿਟੇਲ 'ਚ ਕੱਲ੍ਹ ਦੀ ਵੀਡੀਓ 'ਚ ਸਮਝਾਇਆ ਸੀ। ਬੌਮ ਟੂ ਟੌਮ, ਗਰਭ ਤੋਂ ਕਬਰ ਤੱਕ, ਕਹਿੰਦੇ ਮਾਂ ਦੇ ਪੇਟ ਤੋਂ ਲੈ ਕੇ ਮਰਨ ਤੱਕ ਜਿਹੜਾ ਹਿਊਮਨ ਬੀਇੰਗ ਹੈ, ਕਹਿੰਦੇ ਉਹ ਸਿੱਖਦਾ ਰਹਿੰਦਾ ਹੈ। ਤਾਂ ਉਹ ਅਸੀਂ ਇਹ ਨਹੀਂ ਕਵਾਂਗੇ ਕਿ ਉਹਦੀ ਗਰੋਥ ਹੋ ਰਹੀ ਹੈ, ਉਹਨੂੰ ਅਸੀਂ ਕੀ ਕਵਾਂਗੇ ਕਿ ਉਹਦੀ ਡਿਵੈਲਪਮੈਂਟ ਆ। ਉਹ ਕੈਨ ਓਨਲੀ ਬੀ ਅਸੈਸਡ, ਮੈਜ਼ਰ ਨਹੀਂ ਕਰ ਸਕਦੇ ਡਿਵੈਲਪਮੈਂਟ ਨੂੰ, ਤੁਸੀਂ ਓਨਲੀ ਅਸੈਸ ਕਰ ਸਕਦੇ ਹੋ। ਉਹ ਕਿਵੇਂ, ਦੇਖੋ ਕੋਈ ਬੱਚਾ 5-7 ਸਾਲ ਦਾ ਬੱਚਾ ਸੀਗਾ, ਉਹਦੀ ਉਨੀ ਕੁ ਸਮਝ ਸੀ। ਜਦੋਂ 15 ਸਾਲ ਦਾ ਹੋ ਗਿਆ ਆਪਾਂ ਦੇਖਾਂਗੇ ਕਿ ਬੱਚੇ ਨੂੰ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਪਹਿਲਾਂ ਨਾਲੋਂ ਜ਼ਿਆਦਾ ਸਮਝ ਹੋ ਗਈ, ਕਿ ਇਹਨੂੰ ਜ਼ਿਆਦਾ ਅਕਲ ਆ ਗਈ, ਜ਼ਿਆਦਾ ਸਮਝ ਆ ਗਈ ਇਹਦੇ 'ਚ। ਤਾਂ ਤੁਸੀਂ ਇਹ ਕਹੋਗੇ ਕਿ ਜਿਹੜਾ ਬੱਚਾ ਹੈ ਉਹ 'ਚ 10 ਸੈਂਟੀਮੀਟਰ ਸਮਝ ਆ ਗਈ, ਉਹਨੂੰ ਹੁਣ 10 ਫੁੱਟ ਸਮਝ ਆ ਗਈ, ਨਹੀਂ। ਉਹਨੂੰ ਆਪਾਂ ਸਿਰਫ ਅਸੈਸ ਕਰ ਸਕਦੇ ਹਾਂ, ਦੇਖ ਕੇ ਆਪਾਂ ਅਸੈਸ ਕਰ ਸਕਦੇ ਹਾਂ ਕਿ ਬੱਚੇ ਦੇ ਵਿੱਚ ਜਿਹੜੀ ਕੀ ਹੋ ਰਹੀ ਹੈ, ਡਿਵੈਲਪਮੈਂਟ ਹੋ ਰਹੀ ਹੈ, ਠੀਕ ਹੈ। ਮੈਂ ਸੋਚਿਆ ਵੀ ਚਲੋ ਥੋੜ੍ਹਾ ਜਿਹਾ ਜਿਹੜਾ ਆਪਾਂ ਨੇ ਕੱਲ੍ਹ ਇੰਪੋਰਟੈਂਟ ਜਿਹਾ ਪੜ੍ਹਿਆ ਸੀ ਕਿ ਥੋੜ੍ਹਾ ਜਿਹਾ ਉਹ ਡਿਸਕਸ ਕਰ ਲਈਏ। ਇੱਕ ਨਾ ਆਪਾਂ ਨੇ ਪੜ੍ਹੀਆਂ ਸੀ ਕੱਲ੍ਹ ਸਟੇਜਸ ਡਿਵੈਲਪਮੈਂਟ ਦੀਆਂ, ਜਿਵੇਂ ਪ੍ਰੀ ਨੈਟਲ ਸਟੇਜ ਹੁੰਦੀ ਆ, ਉਹ ਮੈਂ ਇੱਥੇ ਲਿਖੀ ਨਹੀਂ ਹੈਗੀ, ਉਹ ਤੁਸੀਂ ਪਹਿਲੀ ਵੀਡੀਓ 'ਚੋਂ ਚੈੱਕ ਕਰ ਲਿਓ ਜਿਨ੍ਹਾਂ ਨੇ ਫਸਟ ਵੀਡੀਓ ਨਹੀਂ ਦੇਖੀ। ਪ੍ਰੀ ਨੈਟਲ ਮਤਲਬ ਕਿ 9 ਮੰਥ ਜਿਹੜਾ ਮਾਂ ਦੇ ਪੇਟ 'ਚ ਰਹਿੰਦਾ ਹੈ। ਉਸ ਤੋਂ ਬਾਅਦ ਇਨਫੈਂਸੀ, ਇਨਫੈਂਸੀ ਮਤਲਬ 0 ਤੋਂ 2 ਸਾਲ ਦਾ ਬੱਚਾ, ਠੀਕ ਹੈ, ਜਦੋਂ 1-2 ਸ਼ਬਦ ਜਿਹੜੇ ਉਹ ਸਿੱਖ ਜਾਂਦਾ। ਉਹ ਤੋਂ ਬਾਅਦ ਚਾਈਲਡਹੁੱਡ, ਚਾਈਲਡਹੁੱਡ ਦੀਆਂ ਵੀ ਆਪਾਂ 2 ਸਟੇਜਸ ਪੜ੍ਹੀਆਂ ਸੀ, ਇੱਕ ਅਰਲੀ ਇੱਕ ਲੇਟਰ ਚਾਈਲਡਹੁੱਡ। ਅਰਲੀ ਕਿੰਨਾ ਸੀਗਾ ਆਪਣੇ ਕੋਲ, ਜਿਹੜੀ ਉਹਦੀ ਅਰਲੀ ਚਾਈਲਡਹੁੱਡ ਏਜ ਸੀ 2 ਤੋਂ 6 ਸਾਲ, ਜਿਹੜੀ ਲੇਟਰ ਚਾਈਲਡਹੁੱਡ ਏਜ ਸੀ 7 ਤੋਂ 11 ਸਾਲ, ਅਤੇ ਜਿਹੜੀ ਇਨਫੈਂਸੀ ਵਾਲੀ ਏਜ ਸੀ ਉਹ ਕਿੰਨੀ ਸੀਗੀ 0 ਤੋਂ 2 ਸਾਲ। ਈਅਰ ਪਾ ਲਿਓ ਪਿੱਛੇ, ਸਾਲ ਹੈ ਇਹ, ਠੀਕ ਹੈ। ਹੁਣ ਦੇਖੋ ਇੱਕ ਤਾਂ ਨਾ ਮੇਰੇ ਤੋਂ ਕੱਲ੍ਹ ਗਲਤੀ ਨਾਲ ਇਨਫੈਂਸੀ ਵਾਲੇ ਨੂੰ ਮੈਂ ਟੋਏਜ਼ ਲਿਖਾਤਾ, ਚੈੱਕ ਕਰ ਲਿਓ ਪਿਛਲੀ ਵੀਡੀਓ 'ਚ ਮਿਸਟੇਕ ਹੋ ਗਈ ਉਹ, ਠੀਕ ਹੈ। ਪੇਪਰ ਦੇ ਵਿੱਚ ਕੁਐਸਚਨ ਆਉਂਦਾ ਸੈਂਸ ਬੇਸਡ ਏਜ ਕਿਹੜੀ ਹੈ, ਇਨਫੈਂਸੀ। ਜਦੋਂ ਬੱਚਾ 0 ਤੋਂ 2 ਸਾਲ ਦਾ ਹੈ ਤਾਂ ਉਹ ਕਿਹੜੀ ਏਜ ਹੁੰਦੀ ਹੈ, ਉਹਦੀ ਸੈਂਸ ਬੇਸਡ ਏਜ ਹੁੰਦੀ ਹੈ, ਜਦੋਂ ਸਿਰਫ ਉਹ 1-2 ਸ਼ਬਦ ਸਿੱਖਦਾ। ਅਰਲੀ ਚਾਈਲਡਹੁੱਡ ਜਿਹਨੂੰ ਅਸੀਂ ਟੋਏਜ਼ ਬੋਲਦੇ ਹਾਂ, ਕੱਲ੍ਹ ਵਾਲੀ ਵੀਡੀਓ 'ਚ ਮੈਂ ਇਨਫੈਂਸੀ ਨੂੰ ਟੋਏਜ਼ ਲਿਖਾਤਾ ਬਾਈ ਮਿਸਟੇਕ, ਜਦੋਂ ਕਿ ਟੋਏ ਏਜ ਅਰਲੀ ਚਾਈਲਡਹੁੱਡ ਏਜ ਹੁੰਦੀ ਹੈ, ਕਿਉਂਕਿ 2 ਤੋਂ 6 ਸਾਲ ਦੀ ਉਮਰ ਦੇ ਵਿੱਚ ਜਿਹੜਾ ਬੱਚਾ ਹੈ ਉਹ ਮਤਲਬ ਕਿ ਪਸੰਦ ਕਰਦਾ ਖਿਡੌਣਿਆਂ ਨਾਲ ਖੇਡਣਾ, ਠੀਕ ਹੈ। ਮਤਲਬ ਕਿ ਇਹ ਲਾ ਲਓ ਕਿ ਕਿਡਸ ਲਵ ਪਲੇਇੰਗ ਵਿਦ ਟੋਇਸ,
ਪਸੰਦ ਕਰਦਾ ਉਹ ਟੋਇਜ਼ ਨਾਲ ਖੇਡਣਾ, ਉਹਨਾਂ ਨੂੰ ਤੋੜਨਾ, ਠੀਕ ਹੈ। ਤਾਂ ਅਸੀਂ ਜਿਹੜੀ ਟੋਏ ਏਜ ਹੈ ਉਹ ਅਰਲੀ ਚਾਈਲਡਹੁੱਡ ਏਜ ਨੂੰ ਕਹਾਂਗੇ। ਲੇਟਰ ਚਾਈਲਡਹੁੱਡ ਜਿਹੜੀ 7 ਤੋਂ 11 ਸਾਲ ਹੁੰਦੀ ਹੈ ਉਹਨੂੰ ਅਸੀਂ ਟਰਬਲਸਮ ਏਜ ਕਹਿੰਦੇ ਹਾਂ, ਲੜਾਈ ਝਗੜੇ ਦੀ ਏਜ। ਉਸ ਤੋਂ ਬਾਅਦ ਅਸੀਂ ਐਡੋਲਸੈਂਸ ਪੜ੍ਹਿਆ ਸੀ। ਐਡੋਲਸੈਂਸ ਜਿਹੜਾ ਅਸੀਂ ਨੇ ਪੜ੍ਹਿਆ ਸੀ, ਐਡੋਲਸੈਂਸ ਟੀਨਏਜ ਹੁੰਦੀ ਹੈ, ਠੀਕ ਹੈ ਜੀ। ਉਹ ਤੋਂ ਬਾਅਦ 12 ਤੋਂ 19 ਤੱਕ ਆਪਾਂ ਕਾਊਂਟ ਕਰ ਲੈਂਦੇ ਹਾਂ, ਕਈ ਬੁੱਕਸ 'ਚ 13 ਤੋਂ 19 ਤੱਕ ਲਿਖਿਆ ਹੋਇਆ। ਐਡੋਲਸੈਂਸ ਏਜ ਹੈ ਜਿਹੜੀ ਉਹਨੂੰ ਅਸੀਂ ਸਟ੍ਰੈਸ ਐਂਡ ਸਟਰੋਮ, ਤਣਾਅ ਅਤੇ ਤੂਫਾਨ ਦੀ ਜਿਹੜੀ ਉਮਰ ਮੰਨਦੇ ਹਾਂ, ਠੀਕ ਹੈ ਜੀ। ਇਹ ਹੋ ਗਿਆ ਜਿਹੜਾ ਆਪਾਂ ਨੇ ਕੱਲ੍ਹ ਪੜ੍ਹਿਆ ਸੀ, ਥੋੜ੍ਹਾ ਜਿਹਾ ਆਪਾਂ ਨੇ ਦੁਬਾਰਾ ਲਰਨ ਕਰ ਲਿਆ ਕਿਉਂਕਿ ਇੰਪੋਰਟੈਂਟ ਟੌਪਿਕ ਹੈ, ਠੀਕ ਹੈ ਜੀ। ਅੱਗੇ ਆਪਾਂ ਦੇਖਦੇ ਹਾਂ ਨੈਕਸਟ ਫੈਕਟਰਸ ਇਨਫਲੂਐਂਸਿੰਗ ਡਿਵੈਲਪਮੈਂਟ। ਫੈਕਟਰਸ ਕਿਹੜੇ ਤੱਤ ਨੇ ਜਿਹੜੇ ਇਨਫਲੂਐਂਸ ਕਰ ਰਹੇ ਨੇ ਡਿਵੈਲਪਮੈਂਟ ਨੂੰ, ਵਿਕਾਸ ਦੇ ਉੱਪਰ ਕਿਹੜੇ ਤੱਤਾਂ ਦਾ ਪ੍ਰਭਾਵ ਪੈਂਦਾ, ਬੱਚੇ ਦੇ ਵਿਕਾਸ ਦੇ ਉੱਪਰ ਕਿਹੜੇ ਤੱਤ ਨੇ ਜਿਨ੍ਹਾਂ ਦਾ ਪ੍ਰਭਾਵ ਪੈਂਦਾ, ਆਪਾਂ ਉਹ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਜੇ ਸ਼ਾਰਟ ਫਾਰਮ 'ਚ ਦੇਖੀਏ ਨਿਊਟ੍ਰੀਸ਼ਨ, ਬੱਚੇ ਨੂੰ ਮਤਲਬ ਕਿ ਜਨਮ ਤੋਂ ਇਹ ਲਾ ਲਓ ਵੀ ਜਦੋਂ ਮਾਂ ਦੇ ਪੇਟ 'ਚ ਹੁੰਦਾ ਬੱਚਾ ਤਾਂ ਉਹਦੀ ਮਦਰ ਜਿਹੜੀ ਡਾਈਟ ਲੈ ਰਹੀ ਉਹ ਆਪਾਂ ਪੂਰਾ ਡਿਟੇਲ 'ਚ ਇਸ ਤੋਂ ਅੱਗੇ ਪੜ੍ਹਾਂਗੇ। ਜਨਮ ਤੋਂ ਪਹਿਲਾਂ, ਠੀਕ ਹੈ, ਅਤੇ ਜਨਮ ਤੋਂ ਬਾਅਦ ਜਿਹੜੀ ਨਿਊਟ੍ਰੀਸ਼ਨ ਹੈ ਕਿਸ ਤਰ੍ਹਾਂ ਦੀ ਮਿਲ ਰਹੀ ਹੈ ਉਹਦਾ ਇਫੈਕਟ ਵੀ ਬੱਚੇ ਦੀ ਡਿਵੈਲਪਮੈਂਟ 'ਤੇ ਪੈਂਦਾ ਹੈ। ਉਹ ਤੋਂ ਬਿਨਾਂ ਜੇ ਸੈਕਿੰਡ ਅਸੀਂ ਗੱਲ ਕਰੀਏ ਚਾਈਲਡ ਰੀਅਰਿੰਗ ਪ੍ਰੈਕਟਿਸਿਸ, ਬੱਚੇ ਨੂੰ ਕਿਵੇਂ ਪਾਲਿਆ ਗਿਆ, ਕਿਵੇਂ ਦਾ ਇਨਵਾਇਰਮੈਂਟ ਸੀ, ਹੈਰੀਡੀਟਰੀ ਫੈਕਟਰਸ, ਉਹ ਸਾਰਾ ਕੁਛ ਆਪਾਂ ਇਸ ਤੋਂ ਅੱਗੇ ਜਿਹੜਾ ਡਿਟੇਲ 'ਚ ਪੜ੍ਹਾਂਗੇ, ਮੇਨ ਜਿਹੜੇ ਫੈਕਟਰ ਨੇ ਇਹਦੇ, ਠੀਕ ਹੈ ਜੀ। ਉਸ ਤੋਂ ਅੱਗੇ ਆਪਾਂ ਪੜ੍ਹਾਂਗੇ ਫੈਕਟਰਸ ਇਨਫਲੂਐਂਸਿੰਗ ਗਰੋਥ ਐਂਡ ਡਿਵੈਲਪਮੈਂਟ। ਕਿਹੜੇ ਫੈਕਟਰ ਨੇ ਜਿਹੜੇ ਗਰੋਥ ਅਤੇ ਡਿਵੈਲਪਮੈਂਟ ਦੋਨਾਂ 'ਤੇ ਪ੍ਰਭਾਵ ਪਾਉਂਦੇ ਨੇ। ਤਾਂ ਦੋ ਤਰੀਕੇ ਦੇ ਫੈਕਟਰ ਪੜ੍ਹਾਂਗੇ, ਇੱਕ ਇੰਟਰਨਲ ਫੈਕਟਰਸ ਜਿਹੜੇ ਅੰਦਰ ਹੁੰਦੇ ਨੇ, ਠੀਕ ਹੈ, ਜਿਹੜੇ ਆਪਾਂ ਨੂੰ ਦਿਖਦੇ ਨਹੀਂ ਅੰਦਰ ਹੁੰਦੇ ਨੇ। ਇੱਕ ਪੜ੍ਹਾਂਗੇ ਆਪਾਂ ਐਕਸਟਰਨਲ ਫੈਕਟਰ। ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਨ ਲੱਗੇ ਹਾਂ ਵੈਰੀ ਇੰਪੋਰਟੈਂਟ ਜਿਹੜਾ ਸਾਡੇ ਕੋਲ ਹੈਗਾ ਹੈਰੀਡੇਟਰੀ ਇਫੈਕਟ, ਜਿਹਨੂੰ ਅਸੀਂ ਅਨੁਵੰਸ਼ਿਕ ਫੈਕਟਰ ਬੋਲਦੇ ਹਾਂ, ਠੀਕ ਹੈ। ਜਦੋਂ ਕਹਿੰਦੇ ਜਿਹੜੇ ਜੀਨਸ ਅਤੇ ਕ੍ਰੋਮੋਜ਼ੋਮਸ ਨੇ ਉਹ ਟਰਾਂਸਫਰ ਹੁੰਦੇ ਨੇ ਆਫ ਸਪਰਿੰਗ ਦੇ ਵਿੱਚ, ਜਦੋਂ ਜਿਹੜੇ ਜੀਨਸ ਅਤੇ ਕ੍ਰੋਮੋਜ਼ੋਮਸ ਨੇ ਉਹ ਟਰਾਂਸਫਰ ਹੁੰਦੇ ਨੇ ਆਫ ਸਪਰਿੰਗ ਦੇ ਵਿੱਚ, ਠੀਕ ਹੈ, ਤਾਂ ਉਹਨਾਂ ਨੂੰ ਅਸੀਂ ਹੈਰੀਡੇਟਰੀ ਫੈਕਟ ਬੋਲਦੇ ਹਾਂ। ਜਿਹੜੇ ਪੀੜ੍ਹੀ ਦਰ ਪੀੜ੍ਹੀ ਬੱਚਾ ਆਪਣੇ ਜਿਵੇਂ ਲਾ ਲਓ ਵੀ ਪੇਰੈਂਟਸ ਤੋਂ ਬੱਚੇ ਨੂੰ ਮਿਲਦੇ ਨੇ ਤਾਂ ਉਹ ਹੋ ਗਏ ਹੈਰੀਡੇਟਰੀ ਫੈਕਟਰਸ। ਉਸ ਤੋਂ ਅੱਗੇ ਆ ਗਿਆ ਬਾਇਓਲੋਜੀਕਲ ਫੈਕਟਰਸ। ਹੈਰੀਡੇਟਰੀ ਫੈਕਟਰ 'ਚ ਆਪਣੇ ਕੋਲ ਜਿਵੇਂ ਨੇਚਰ, ਲੁਕਸ, ਕਿਵੇਂ ਦਾ ਬੱਚਾ ਦਿਖੂਗਾ, ਕਿਵੇਂ ਦਾ ਉਹਦਾ ਸੁਭਾਅ ਹੋਊਗਾ, ਉਹ ਹੈਰੀਡੇਟਰੀ ਫੈਕਟਰ 'ਚ ਆ ਜਾਂਦਾ ਹੈ। ਬਾਇਓਲੋਜੀਕਲ ਫੈਕਟਰ ਦੇ ਵਿੱਚ ਜੇ ਅਸੀਂ ਗੱਲ ਕਰੀਏ, ਬਾਇਓਲੋਜੀਕਲ ਫੈਕਟਰਸ ਦੇ ਵਿੱਚ ਆਪਣੇ ਕੋਲ ਆ ਜਾਂਦਾ ਕਿ ਜਿਹੜੀ ਉਹਦੀ ਬਾਡੀ ਆ ਉਹਦੀ ਸ਼ੇਪ, ਸਟਰਕਚਰ ਵਗੈਰਾ ਸਾਰਾ ਕੁਛ, ਠੀਕ ਹੈ। ਉਸ ਤੋਂ ਬਾਅਦ ਇੰਟੈਲੀਜੈਂਸੀ ਮਤਲਬ ਉਹਦੀ ਬੁੱਧੀ, ਠੀਕ ਹੈ, ਉਹਨੂੰ ਅਸੀਂ ਇੰਟੈਲੀਜੈਂਸੀ ਫੈਕਟਰ ਦੇ ਵਿੱਚ ਕਾਊਂਟ ਕਰਦੇ ਹਾਂ। ਨੈਕਸਟ ਇਮੋਸ਼ਨਲ ਫੈਕਟਰਸ, ਕਿ ਇਮੋਸ਼ਨਲੀ ਬੱਚਾ ਜਿਹੜਾ ਕਿੰਨਾ ਕੁ ਸਟੇਬਲ ਹੈ। ਸੋਸ਼ਲ ਨੇਚਰ ਦੇ ਵਿੱਚ ਦੇਖੋ, ਸੋਸ਼ਲ ਨੇਚਰ ਦੇ ਵਿੱਚ ਸਾਡੇ ਕੋਲ ਆ ਜਾਂਦਾ, ਹੁਣ ਤੁਸੀਂ ਦੇਖਿਆ ਹੋਣਾ ਕਿ ਅਲੱਗ-ਅਲੱਗ ਸੁਭਾਅ ਦੇ ਬੱਚੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਹੈ ਨਾ। ਕਈ ਬੱਚੇ ਤਾਂ ਐਵੇਂ ਦੇ ਹੁੰਦੇ ਨੇ ਜਿਹੜੇ ਬਹੁਤ ਖੁੱਲ੍ਹੇ ਜਿਹੇ ਸੁਭਾਅ ਦੇ ਹੁੰਦੇ ਨੇ, ਹਰੇਕ ਨਾਲ ਬਹੁਤ ਛੇਤੀ ਘੁਲ ਮਿਲ ਜਾਂਦੇ ਨੇ। ਕਈ ਬੱਚੇ ਐਵੇਂ ਦੇ ਹੁੰਦੇ ਨੇ ਜਿਹੜੇ ਆਪਣੇ ਤੱਕ ਹੀ ਸੀਮਤ ਰਹਿੰਦੇ ਨੇ, ਮੀਨਜ਼ ਉਹਨਾਂ ਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਹੁੰਦਾ, ਠੀਕ ਹੈ, ਉਹ ਆਪਣੇ ਤੱਕ ਹੀ ਸੀਮਤ ਰਹਿੰਦੇ ਨੇ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਸੋਸ਼ਲ ਨੇਚਰ। ਤਾਂ ਜਿਹੜੇ ਇਹ ਫੈਕਟਰਸ ਨੇ ਇਹਨਾਂ ਦਾ ਬਹੁਤ ਜਿਹੜਾ ਪ੍ਰਭਾਵ ਪੈਂਦਾ ਹੈ ਗਰੋਥ ਅਤੇ ਡਿਵੈਲਪਮੈਂਟ ਦੇ ਉੱਪਰ। ਦੇਖੋ ਨੈਗੇਟਿਵ ਪ੍ਰਭਾਵ ਵੀ ਪੈ ਸਕਦਾ, ਪੋਜ਼ੀਟਿਵ ਪ੍ਰਭਾਵ ਵੀ ਪੈ ਸਕਦਾ, ਜਿਵੇਂ ਦਾ ਉਹਨਾਂ ਨੂੰ ਇਨਵਾਇਰਮੈਂਟ ਮਿਲਿਆ, ਠੀਕ ਹੈ, ਜਿਵੇਂ ਦੇ ਉਹਨਾਂ ਦੇ ਘਰ ਦਾ ਮਾਹੌਲ ਹੈ, ਉਹ ਸਾਰਾ ਕੁਛ
ਲਾ ਕੇ ਚੱਲੀਏ ਜੀ ਅਸੀਂ, ਠੀਕ ਹੈ। ਬੱਚੇ 'ਤੇ ਮਤਲਬ ਕਿ ਇਹ ਨਹੀਂ ਕਹਿ ਸਕਦੇ ਆਪਾਂ ਕਿ ਹਮੇਸ਼ਾ ਨੈਗੇਟਿਵ ਇਫੈਕਟ ਹੀ ਪਊਗਾ। ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜੇ ਇਹ ਫੈਕਟਰਸ ਪ੍ਰਭਾਵ ਕਰਦੇ ਨੇ, ਠੀਕ ਹੈ, ਸਾਰਾ ਜਿਹੜਾ ਉਹਦੇ 'ਤੇ ਬੱਚੇ 'ਤੇ। ਹੁਣ ਨਿਊਟ੍ਰੀਸ਼ਨ ਹੈ, ਬੱਚੇ ਨੂੰ ਅਗਰ ਵਧੀਆ ਪ੍ਰੋਪਰ ਖਾਣਾ ਮਿਲਿਆ ਜਨਮ ਤੋਂ ਪਹਿਲਾਂ, ਜਨਮ ਤੋਂ ਬਾਅਦ ਵੀ, ਤਾਂ ਜਿਹੜੇ ਫੈਕਟਰਸ ਨੇ ਤਾਂ ਉਹਨਾਂ ਦਾ ਪੋਜ਼ੀਟਿਵ ਇਫੈਕਟ ਪੈਂਦਾ ਬੱਚੇ ਦੀ ਡਿਵੈਲਪਮੈਂਟ ਅਤੇ ਉਹਦੀ ਗਰੋਥ 'ਤੇ, ਠੀਕ ਹੈ ਜੀ। ਦੇਖੋ ਇਹਨਾਂ ਦੇ ਵਿੱਚੋਂ ਜੇ ਅਸੀਂ ਗੱਲ ਕਰੀਏ, ਐਵੇਂ ਤਾਂ ਕੋਈ 1-2 ਕੁਐਸਚਨ ਬਣ ਸਕਦੇ ਨੇ, ਕੋਈ ਇੰਨਾ ਰੱਟਾ ਲਾਉਣ ਵਾਲੀ ਜ਼ਰੂਰਤ ਨਹੀਂ, ਕਾਮਨ ਪੁਆਇੰਟ ਨੇ। ਤੁਸੀਂ ਕੁਝ ਵੀ ਨਾ ਦੇਖੋ, ਜੇ ਤੁਸੀਂ ਆਪਣੇ ਮਾਈਂਡ 'ਚ ਕੋਈ ਬੱਚੇ ਨੂੰ ਲੈ ਕੇ ਸੋਚੋ, ਕੋਈ ਬੱਚਾ ਹੈ, ਅਗਰ ਉਹਦੇ ਘਰ ਦਾ ਮਾਹੌਲ ਵਧੀਆ, ਠੀਕ ਹੈ, ਹੈਰੀਡਿਟਰੀ ਇਫੈਕਟ ਪਊ, ਜਿਵੇਂ ਦੇ ਉਹਦੇ ਪੇਰੈਂਟਸ ਦੇ ਵਿੱਚ ਗੁਣ ਨੇ, ਔਗਣ ਨੇ, ਤਾਂ ਉਹ ਬੱਚੇ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਟੋਟਲੀ ਵੀ ਮਿਲ ਸਕਦੇ ਨੇ, ਥੋੜ੍ਹੇ ਮੋਟੇ ਉਹਨਾਂ ਦਾ ਨੇਚਰ, ਬਾਡੀ ਸਟਰਕਚਰ, ਠੀਕ ਹੈ, ਇੰਟੈਲੀਜੈਂਸੀ, ਇਮੋਸ਼ਨਲ ਫੈਕਟਰਸ, ਇਹ ਸਾਰਾ ਕੁਛ। ਤਾਂ ਇਹਨਾਂ ਦੇ ਵਿੱਚੋਂ 1-2 ਜਿਹੜੇ ਕੁਐਸਚਨ ਬਣਨਗੇ, ਜਦੋਂ ਆਪਾਂ MCQ ਕੁਐਸਚਨ ਡਿਸਕਸ ਕਰਾਂਗੇ ਉੱਥੇ ਤੁਹਾਨੂੰ ਦੱਸ ਦਾਂਗੇ ਕਿ ਕਿਸ ਤਰ੍ਹਾਂ ਦੇ ਕੁਐਸਚਨ ਇਹ 'ਚੋਂ ਬਣ ਸਕਦੇ ਨੇ, ਠੀਕ ਹੈ ਜੀ। ਕੋਈ ਇੰਨਾ ਰੱਟਾ ਲਾਉਣ ਦੀ ਜ਼ਰੂਰਤ ਨਹੀਂ, ਸਮਝੋ ਧਿਆਨ ਨਾਲ, ਤੁਸੀਂ ਈਜ਼ਲੀ ਜਿਹੜਾ ਆਪਣਾ ਪੇਪਰ ਜਿਹੜਾ ਇਹ ਕਰੈਕ ਕਰ ਸਕਦੇ ਹੋ। ਅੱਗੇ ਅਸੀਂ ਡਿਸਕਸ ਕਰਾਂਗੇ ਜੀ ਐਕਸਟਰਨਲ ਫੈਕਟਰ। ਐਕਸਟਰਨਲ ਫੈਕਟਰ ਜਿਹੜੇ ਆਪਾਂ ਡਿਸਕਸ ਕਰਾਂਗੇ, ਦੇਖੋ ਇਹਦੇ ਵਿੱਚ ਵੀ ਆਪਾਂ ਜਿਵੇਂ ਫਸਟ ਸਾਡੇ ਕੋਲ ਆ ਗਿਆ ਦ ਫਿਜ਼ੀਕਲ ਐਂਡ ਮੈਂਟਲ ਹੈਲਥ ਆਫ ਦਾ ਮਦਰ ਡਿਊਰਿੰਗ ਪ੍ਰੈਗਨੈਂਸੀ। ਇਹਦੇ 'ਚ ਅਸੀਂ ਗੱਲ ਕਰ ਰਹੇ ਹਾਂ ਮਾਂ ਦੇ ਪੇਟ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਅਸੀਂ ਐਕਸਟਰਨਲ ਫੈਕਟਰ ਦੀ ਗੱਲ ਕਰ ਰਹੇ ਹਾਂ। ਦ ਫਿਜ਼ੀਕਲ ਐਂਡ ਮੈਂਟਲ ਹੈਲਥ ਆਫ ਦਾ ਮਦਰ ਡਿਊਰਿੰਗ ਪ੍ਰੈਗਨੈਂਸੀ। ਜਿਹੜੀ ਬੱਚੇ ਦੀ ਮਾਂ ਹੈ, ਪ੍ਰੈਗਨੈਂਸੀ ਦੇ ਟਾਈਮ ਫਿਜ਼ੀਕਲੀ ਅਤੇ ਮੈਂਟਲੀ ਉਹਦੀ ਹੈਲਥ ਕਿਵੇਂ ਦੀ ਸੀ, ਉਹਦੇ ਨਾਲ ਵੀ ਜਿਹੜਾ ਬੱਚੇ ਦੀ ਗਰੋਥ ਅਤੇ ਡਿਵੈਲਪਮੈਂਟ 'ਤੇ ਫਰਕ ਪੈਂਦਾ ਹੈ। ਅਤੇ ਤੁਸੀਂ ਆਪਣੇ ਡੇਲੀ ਲਾਈਫ 'ਚ ਐਵੇਂ ਦੀਆਂ ਐਗਜ਼ਾਮਪਲ ਜ਼ਰੂਰ ਦੇਖੀਆਂ ਹੋਣਗੀਆਂ, ਠੀਕ ਹੈ। ਉਸ ਤੋਂ ਅੱਗੇ ਸੈਕਿੰਡ ਪੁਆਇੰਟ, ਸਿੰਗਲ ਚਾਈਲਡ ਔਰ ਮਲਟੀਪਲ ਚਿਲਡਰਨ ਨਿਊਟ੍ਰੀਸ਼ਨ। ਨਿਊਟ੍ਰੀਸ਼ਨ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਸਿੰਗਲ ਚਾਈਲਡ ਹੈ ਮਾਂ ਦੇ ਪੇਟ 'ਚ, ਜਾਂ ਫਿਰ ਮਲਟੀਪਲ ਚਿਲਡਰਨ ਨੇ, ਠੀਕ ਹੈ, ਤਾਂ ਕਿਵੇਂ ਦੀ ਉਹਨਾਂ ਨੂੰ ਜਿਹੜੀ ਨਿਊਟ੍ਰੀਸ਼ਨ ਮਿਲ ਰਹੀ ਹੈ। ਹੁਣ ਦੇਖੋ ਅਗਰ ਸਿੰਗਲ ਚਾਈਲਡ ਹੈ ਤਾਂ ਉਵੇਂ ਦੀ ਨਿਊਟ੍ਰੀਸ਼ਨ ਉਹਨੂੰ ਦੇਣੀ ਪਊ, ਮਲਟੀਪਲ ਚਿਲਡਰਨ ਨੇ ਤਾਂ ਮਦਰ ਦੀ ਜਿਹੜੀ ਡਾਈਟ ਹੈ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ। ਤਾਂ ਇਸ ਚੀਜ਼ ਦਾ ਜਿਹੜਾ ਇਫੈਕਟ ਵੀ ਬੱਚੇ ਦੀ ਗਰੋਥ ਅਤੇ ਡਿਵੈਲਪਮੈਂਟ 'ਤੇ ਪੈਂਦਾ ਹੈ। ਥਰਡ ਨੰਬਰ 'ਤੇ ਆ ਗਿਆ ਜੀ ਕੁਆਲਿਟੀ ਐਂਡ ਕੁਆਂਟਿਟੀ ਆਫ ਨਿਊਟ੍ਰੀਸ਼ਨ, ਠੀਕ ਹੈ, ਰਿਸੀਵਡ ਬਾਈ ਇੰਬਰੋਏ। ਮਤਲਬ ਕਿ ਮਦਰ ਦੇ ਪੇਟ ਦੇ ਵਿੱਚ ਜਦੋਂ ਮਦਰ ਜਿਹੜਾ ਖਾਣਾ ਖਾਂਦੀ ਹੈ, ਠੀਕ ਹੈ, ਮਦਰ ਦੇ ਪੇਟ ਦੇ ਵਿੱਚੋਂ ਜਿਹੜਾ ਇੰਬਰੋਏ ਹੈ, ਜਿਹੜਾ ਬੱਚਾ ਹੈ, ਠੀਕ ਹੈ, ਕਿੰਨੀ ਕੁ ਜਿਹੜੀ ਕੁਆਲਿਟੀ ਅਤੇ ਕੁਆਂਟਿਟੀ ਉਹਦੀ ਰਿਸੀਵ ਕਰ ਪਾ ਰਿਹਾ ਹੈ, ਉਸ ਚੀਜ਼ ਦਾ ਇਫੈਕਟ ਵੀ ਜਿਹੜੀ ਉਹਦੀ ਡਿਵੈਲਪਮੈਂਟ 'ਤੇ ਪੈਂਦਾ। ਅੱਗੇ ਆ ਗਿਆ ਜੀ ਸਾਡੇ ਕੋਲ ਨੰਬਰ 4 'ਤੇ ਵੈਦਰ ਔਰ ਨੋਟ ਦੀ ਇੰਬਰੋਏ ਹੈਜ਼ ਬੀਨ ਸਬਜੈਕਟਡ ਟੂ ਹਾਰਮਫੁਲ ਰੇਡੀਏਸ਼ਨ ਔਰ ਰੇਸ। ਕਹਿੰਦੇ ਮਤਲਬ ਕਿ ਦੇਖੋ ਜਦੋਂ ਕੋਈ ਵੀ ਲੇਡੀ ਪ੍ਰੈਗਨੈਂਟ ਹੁੰਦੀ ਹੈ ਤਾਂ ਜਿਵੇਂ ਤੁਸੀਂ ਸੁਣਿਆ ਹੋਣਾ, ਆਪਾਂ ਦੇਖਦੇ ਹਾਂ ਜਿਵੇਂ ਆਪਣੇ ਇੰਡੀਆ ਦੇ ਵਿੱਚ ਸਪੈਸ਼ਲੀ ਇਹ ਚੀਜ਼ ਹੁੰਦੀ ਹੈ ਕਿ ਅਗਰ ਗ੍ਰਹਿਣ ਲੱਗਦਾ ਤਾਂ ਕਿਹਾ ਜਾਂਦਾ ਵੀ ਅਗਰ ਕੋਈ ਲੇਡੀ ਪ੍ਰੈਗਨੈਂਟ ਹੈ ਮੀਨਸ ਕਿ ਵੀ ਉਹਨੇ ਦੇਖਣਾ ਨਹੀਂ ਹੈ ਨਾ, ਜਿਵੇਂ ਚੰਦ ਨੂੰ ਗ੍ਰਹਿਣ ਲੱਗਿਆ ਹੋਇਆ ਮੰਨ ਕੇ ਚੱਲੋ। ਤਾਂ ਕਹਿੰਦੇ ਜਿਹੜੀਆਂ ਹਾਰਮਫੁਲ ਰੇਡੀਏਸ਼ਨਸ ਨੇ, ਕਹਿੰਦੇ ਉਹ ਜਿਹੜਾ ਇੰਬਰੋਏ ਆ, ਜਿਹੜਾ ਬੱਚਾ ਹੈ, ਕਿਤੇ ਉਹਦੇ 'ਤੇ ਤਾਂ ਨਹੀਂ ਉਹ ਪਈਆਂ ਹੈਗੀਆਂ। ਇਹਨਾਂ ਦਾ ਇਫੈਕਟ ਜਿਹੜਾ ਕਹਿੰਦੇ ਜਿਹੜੀਆਂ ਦੇਖੋ ਜਿਹੜੀਆਂ ਰੇਡੀਏਸ਼ਨਸ ਨੇ, ਰੇਜ਼ ਨੇ ਹਾਰਮਫੁਲ, ਜਦੋਂ ਬੱਚੇ 'ਤੇ ਪੈਂਦੀਆਂ ਨੇ ਤਾਂ ਇਹਦੇ ਨਾਲ ਉਹਨਾਂ ਦੀ ਜਿਹੜੀ ਡਿਵੈਲਪਮੈਂਟ ਹੈ ਅਤੇ ਗਰੋਥ 'ਤੇ ਜ਼ਰੂਰ ਜਿਹੜਾ ਅਸਰ ਪੈਂਦਾ, ਠੀਕ ਹੈ। ਉਹ ਤੋਂ ਬਾਅਦ ਨੋਰਮਲ ਔਰ ਐਬਨੋਰਮਲ ਡਿਲੀਵਰੀ। ਅੱਗੇ 6th ਪੁਆਇੰਟ ਹੈਗਾ ਜੀ ਐਨੀ ਡੈਮੇਜ ਔਰ ਐਕਸੀਡੈਂਟ ਟੂ ਦਾ ਬੇਬੀ ਇਨ ਦਾ ਵੋਮ, ਠੀਕ ਹੈ, ਕੋਈ ਡੈਮੇਜ ਤਾਂ ਨਹੀਂ ਹੋਈ, ਠੀਕ ਹੈ, ਇਨ ਦਾ ਵੋਮ। ਇਸ ਚੀਜ਼ ਦਾ ਇਫੈਕਟ ਵੀ ਜਿਹੜਾ ਬੱਚੇ ਦੀ ਡਿਵੈਲਪਮੈਂਟ ਅਤੇ ਗਰੋਥ 'ਤੇ ਪੈਂਦਾ। ਤਾਂ ਇੱਥੋਂ ਜੇ ਅਸੀਂ ਗੱਲ ਕਰੀਏ ਕਿ ਆਪਾਂ ਕਨਕਲੂਜ਼ਨ ਕੀ ਨਿਕਲਦਾ ਇੱਥੋਂ ਕਿ ਐਕਸਟਰਨਲੀ ਵੀ ਅਤੇ ਇੰਟਰਨਲੀ ਵੀ ਜਿਹੜਾ ਬੱਚੇ ਦੀ ਗਰੋਥ ਅਤੇ ਡਿਵੈਲਪਮੈਂਟ 'ਤੇ ਫਰਕ ਪੈਂਦਾ, ਠੀਕ ਹੈ। ਬੱਚੇ ਨੂੰ ਇਹ ਲਾ ਲਓ ਕਿ ਇੰਟਰਨਲੀ ਅਤੇ ਐਕਸਟਰਨਲੀ ਮਾਂ ਦੇ ਪੇਟ ਦੇ ਵਿੱਚ ਵੀ ਅਗਰ ਬੱਚਾ ਹੁੰਦਾ, ਜਦੋਂ ਬੱਚਾ ਮਾਂ ਦੇ ਪੇਟ 'ਚ ਰਹਿੰਦਾ 9 ਮਹੀਨੇ,
ਤਾਂ ਉਦੋਂ ਵੀ ਕਿਵੇਂ ਦੀ ਉਹਦੀਆਂ ਮਦਰ ਦੀਆਂ ਹੈਬਿਟਸ ਨੇ, ਕਿਵੇਂ ਦੀ ਉਹਦੀ ਮਦਰ ਦੀ ਡਾਈਟ ਹੈ, ਮੈਂਟਲ ਹੈਲਥ ਕਿਵੇਂ ਦੀ ਉਹਦੀ ਮਦਰ ਦੀ, ਉਹ ਸਾਰਾ ਇਫੈਕਟ ਜਿਹੜਾ ਬੱਚੇ ਦੀ ਡਿਵੈਲਪਮੈਂਟ 'ਤੇ ਪੈਂਦਾ। ਠੀਕ ਹੈ ਜੀ। ਅੱਗੇ ਅਸੀਂ ਦੇਖਦੇ ਹਾਂ ਇਨਵਾਇਰਮੈਂਟ ਆਫਟਰ ਬਰਥ। ਬੱਚੇ ਦੇ ਜਨਮ ਤੋਂ ਬਾਅਦ ਦਾ ਜਿਹੜਾ ਇਨਵਾਇਰਮੈਂਟ ਹੈ, ਕਹਿੰਦੇ ਉਹਦਾ ਵੀ ਜਿਹੜਾ ਅਸਰ ਹੈ ਉਹ ਬੱਚੇ 'ਤੇ ਦੇਖਣ ਨੂੰ ਮਿਲਦਾ ਹੈ। ਫਿਰ ਉਹੀ ਗੱਲ ਆ ਗਈ ਡੇਲੀ ਲਾਈਫ ਦੀ। ਕੋਈ ਆਪਣੇ ਮਾਈਂਡ 'ਚ ਕੋਈ ਬੱਚੇ, ਇਹ ਲਾ ਲਓ 2-3 ਬੱਚਿਆਂ ਨੂੰ ਆਪਣੇ ਮਾਈਂਡ 'ਚ ਸੋਚ ਕੇ ਦੇਖੋ, ਠੀਕ ਹੈ, ਸੇਮ ਏਜ ਦੇ ਹੋਣ, ਜਾਂ ਇਹ ਲਾ ਲਓ ਕੋਈ 5-6 ਸਾਲ ਦਾ ਬੱਚਾ, ਕੋਈ 7 ਸਾਲ ਦਾ, ਕੋਈ 8 ਸਾਲ ਦਾ। ਆਫਟਰ ਬਰਥ ਕਿਵੇਂ ਦਾ ਉਹਦੇ ਘਰ ਦਾ ਇਨਵਾਇਰਮੈਂਟ ਹੈ। ਅਗਰ ਕਿਸੇ ਬੱਚੇ ਦੇ ਘਰੇ ਲਾ ਕੇ ਚੱਲੋ ਕਿ ਡੇਲੀ ਲੜਾਈ ਝਗੜਾ ਰਹਿੰਦਾ ਹੈ, ਇੱਕ ਬੱਚਾ ਐਵੇਂ ਦਾ ਜਿਹਦੇ ਘਰੇ ਕੋਈ ਲੜਾਈ ਝਗੜਾ ਨਹੀਂ ਰਹਿੰਦਾ, ਵਧੀਆ ਉਹਦੇ ਜਿਹੜੇ ਪੇਰੈਂਟਸ ਨੇ, ਠੀਕ ਹੈ, ਵਧੀਆ ਉਹਨੂੰ ਟਾਈਮ ਵੀ ਦੇ ਰਹੇ ਨੇ, ਤਾਂ ਦੋਨਾਂ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੈ ਉਹ 'ਤੇ ਜ਼ਰੂਰ ਅਸਰ ਪਊਗਾ। ਠੀਕ ਹੈ। ਜਿਹੜੇ ਬੱਚੇ ਦੇ ਘਰੇ ਹਰ ਵਕਤ ਲੜਾਈ ਝਗੜਾ ਰਹਿੰਦਾ ਹੈ ਤਾਂ ਉਹ ਬੱਚੇ ਦਾ ਮਾਈਂਡ ਉਸ ਤਰ੍ਹਾਂ ਸੈਟਅਪ ਹੁੰਦਾ। ਠੀਕ ਹੈ। ਤਾਂ ਕਹਿੰਦੇ ਇਨਵਾਇਰਮੈਂਟ ਜਿਹੜਾ ਉਹਦਾ ਆਫਟਰ ਬਰਥ ਵੀ ਜਿਹੜਾ ਇਨਵਾਇਰਮੈਂਟ ਕਿਵੇਂ ਦਾ ਮਿਲ ਰਿਹਾ ਬੱਚੇ ਨੂੰ, ਉਹਦੇ ਨਾਲ ਵੀ ਉਹਦੀ ਡਿਵੈਲਪਮੈਂਟ 'ਤੇ ਫਰਕ ਪੈਂਦਾ। ਹੁਣ ਦੇਖੋ, ਇਹ ਮੰਨ ਕੇ ਚੱਲੋ ਕਿ ਜਦੋਂ ਬੱਚਾ ਮਾਂ ਦੇ ਪੇਟ 'ਚ ਹੈ, ਪੂਰਾ ਵਧੀਆ ਉਹਨੂੰ ਜਿਹੜਾ ਇਨਵਾਇਰਮੈਂਟ ਮਿਲਿਆ, ਕੋਈ ਉਹਦੀ ਮਦਰ ਨੂੰ ਫਿਜ਼ੀਕਲੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ, ਮੈਂਟਲੀ ਕੋਈ ਉਹਦੀ ਹੈਲਥ ਬਿਲਕੁਲ ਸਹੀ ਹੈ, ਠੀਕ ਹੈ, ਪ੍ਰੋਪਰ ਨਿਊਟ੍ਰੀਸ਼ਨ ਲੈ ਰਹੀ ਹੈ ਉਹਦੀ ਮਦਰ, ਤਾਂ ਜੇ ਇਨਵਾਇਰਮੈਂਟ ਉਹਦੇ ਬਰਥ ਤੋਂ ਬਾਅਦ ਘਰ ਦਾ ਮਾਹੌਲ, ਉਹਦੇ ਆਲੇ ਦੁਆਲੇ ਦਾ ਮਾਹੌਲ ਜਿੱਥੇ ਉਹ ਰਹਿ ਰਿਹਾ ਉਹ ਨਹੀਂ ਸਹੀ ਹੈਗਾ ਜਾਂ ਜਿਵੇਂ ਦਾ ਹੈਗਾ, ਤਾਂ ਉਵੇਂ ਦਾ ਅਸਰ ਜਿਹੜਾ ਬੱਚੇ 'ਤੇ ਦੇਖਣ ਨੂੰ ਮਿਲੂਗਾ। ਫਸਟ ਅਸੀਂ ਗੱਲ ਕਰਦੇ ਹਾਂ ਇੰਸੀਡੈਂਟ ਐਂਡ ਐਕਸੀਡੈਂਟ। ਆਫਟਰ ਬਰਥ ਬੱਚੇ ਦੀ ਲਾਈਫ 'ਚ ਕੋਈ ਐਵੇਂ ਦੀ ਘਟਨਾ ਤਾਂ ਨਹੀਂ ਵਾਪਰੀ ਹੈਗੀ, ਕੋਈ ਬੱਚੇ ਦੇ ਸੱਟ ਲੱਗਦੀ ਹੈ, ਠੀਕ ਹੈ, ਕੋਈ ਜ਼ਿਆਦਾ ਮਤਲਬ ਕਿ ਲਾ ਲਓ ਕਿ ਸੱਟ ਲੱਗੀ, ਤਾਂ ਉਹਦਾ ਅਸਰ ਵੀ ਉਹਦੀ ਡਿਵੈਲਪਮੈਂਟ 'ਤੇ ਪੈਂਦਾ ਹੈ। ਫਿਜ਼ੀਕਲ ਇਨਵਾਇਰਮੈਂਟ, ਮੈਡੀਕਲ ਕੇਅਰ ਕਿੰਨੀ ਕੁ ਮਿਲ ਰਹੀ ਹੈ ਬੱਚੇ ਨੂੰ, ਉਹਦਾ ਇਫੈਕਟ ਵੀ ਦੇਖਣ ਨੂੰ ਮਿਲਦਾ ਹੈ। ਸੋਸ਼ਲ ਐਂਡ ਕਲਚਰਲ ਇਨਵਾਇਰਮੈਂਟ, ਸੋਸ਼ਲ ਅਤੇ ਕਲਚਰਲ ਇਨਵਾਇਰਮੈਂਟ, ਕਿਵੇਂ ਦੇ ਕਲਚਰ 'ਚ ਬੱਚਾ ਰਹਿ ਰਿਹਾ ਤਾਂ ਬੱਚਾ ਉਵੇਂ ਦੀਆਂ ਚੀਜ਼ਾਂ ਸਿੱਖੂਗਾ। ਠੀਕ ਹੈ। ਹੁਣ ਇੱਕ ਲਾ ਲਓ, ਇੱਕ ਬੱਚਾ ਇੰਡੀਆ ਦੇ ਵਿੱਚ ਰਹਿ ਰਿਹਾ, ਆਪਣੇ ਇੰਡੀਆ ਦਾ ਕਲਚਰ ਹੋ ਗਿਆ, ਇੱਕ ਬੱਚਾ ਫੋਰਨ ਕੰਟਰੀ 'ਚ ਰਹਿ ਰਿਹਾ ਤਾਂ ਉੱਥੋਂ ਦਾ ਕਲਚਰ ਹੋ ਗਿਆ। ਦੋਨਾਂ ਬੱਚਿਆਂ ਦੀ ਜਿਹੜੀ ਆਦਤਾਂ ਨੇ, ਹੈਬਿਟਸ ਨੇ, ਉਹਨਾਂ ਦੀ ਡਿਵੈਲਪਮੈਂਟ 'ਤੇ ਜ਼ਰੂਰ ਅਲੱਗ-ਅਲੱਗ ਉਹਦਾ ਜਿਹੜਾ ਅਸਰ ਪੈਂਦਾ ਹੈ, ਜਿਵੇਂ ਦੇ ਉਹ ਕਲਚਰ 'ਚ ਰਹਿ ਰਿਹਾ। ਕਾਮਨ ਜਿਹੀਆਂ ਚੀਜ਼ਾਂ ਨੇ, ਕੋਈ ਰੱਟਾ ਲਾਉਣ ਦੀ ਜ਼ਰੂਰਤ ਨਹੀਂ ਹੈਗੀ। ਨੰਬਰ 4 'ਤੇ ਇਕਨੋਮਿਕ ਐਂਡ ਸੋਸ਼ਲ ਸਟੇਟਸ ਆਫ ਦਾ ਪੇਰੈਂਟਸ। ਠੀਕ ਹੈ। ਸੋਸ਼ਲ ਸਟੇਟਸ ਕੀ ਹੈ ਪੇਰੈਂਟਸ ਦਾ, ਇਕਨੋਮਿਕਲੀ ਜਿਹੜੇ ਪੇਰੈਂਟਸ ਨੇ ਸਟਰੋਂਗ ਨੇ, ਵੀਕ ਤਾਂ ਨਹੀਂ ਹੈਗੇ, ਮਤਲਬ ਕਿ ਇੱਕ ਪਾਸੇ ਲਾ ਲਓ ਵੀ ਬਹੁਤ ਗਰੀਬ, ਇੱਕ ਪਾਸੇ ਬਹੁਤ ਅਮੀਰ। ਚਲੋ ਆਪਾਂ ਦੂਸਰੇ ਫੈਕਟਰ ਨਾਲ ਨਹੀਂ ਦੇਖਦੇ, ਆਪਾਂ ਸਿੱਧਾ ਇੱਥੇ ਇਹ ਦੇਖਦੇ ਹਾਂ ਕਿ ਇਕਨੋਮਿਕਲੀ ਕੰਡੀਸ਼ਨ ਜਿਹੜੀਆਂ ਉਹਨਾਂ ਦੇ ਘਰ ਦੀਆਂ ਕਿਵੇਂ ਦੀਆਂ ਨੇ, ਬੱਚੇ ਦੇ ਘਰ ਦੀਆਂ ਇਕਨੋਮਿਕਲੀ ਕਿਵੇਂ ਦੀਆਂ ਕੰਡੀਸ਼ਨਸ ਨੇ, ਤਾਂ ਬੱਚੇ ਨੂੰ ਉਹਦੇ ਅਕੋਰਡਿੰਗ ਹੀ ਸਕੂਲਿੰਗ ਦੇਣਗੇ ਉਹ। ਠੀਕ ਹੈ। ਕਹਿੰਦੇ ਕੁਆਲਿਟੀ ਆਫ ਸਕੂਲਿੰਗ ਦਾ ਅਸਰ ਵੀ ਪੈਂਦਾ ਬੱਚੇ 'ਤੇ। ਸੋਸ਼ਲ ਸਟੇਟਸ ਆਫ ਪੇਰੈਂਟਸ, ਕੀ ਸਟੇਟਸ ਹੈ ਸੋਸਾਇਟੀ 'ਚ, ਉਹਦਾ ਅਸਰ ਵੀ ਜਿਹੜਾ ਬੱਚੇ 'ਤੇ ਪੈਂਦਾ ਹੈ। ਕੁਆਲਿਟੀ ਆਫ ਪੀਅਰ ਗਰੁੱਪ ਰਿਲੇਸ਼ਨਸ਼ਿਪਸ, ਜਿਹੜੇ ਬੱਚੇ ਦੇ ਪੀਅਰ ਗਰੁੱਪ ਮੀਨਸ ਜਿਹੜੇ ਉਹਦੇ ਫਰੈਂਡਸ ਨੇ, ਫਰੈਂਡ ਸਰਕਲ ਹੈ, ਠੀਕ ਹੈ, ਉਹਨਾਂ ਨਾਲ ਰਿਲੇਸ਼ਨਸ਼ਿਪ ਬੱਚੇ ਦਾ ਹੈਗਾ, ਕਿਵੇਂ ਦੇ ਉਹਦੇ ਫਰੈਂਡਸ ਨੇ, ਕਿਵੇਂ ਦੀਆਂ ਉਹਨਾਂ ਦੀਆਂ ਹੈਬਿਟਸ ਨੇ, ਚੰਗੀਆਂ ਗੱਲਾਂ ਸਿਖਾਉਂਦੇ ਨੇ ਉਹ, ਚੰਗੀਆਂ ਆਦਤਾਂ ਨੇ ਉਹਨਾਂ 'ਚ ਕਿ ਮਾੜੀਆਂ ਆਦਤਾਂ ਨੇ, ਜਾਂ ਬਹੁਤ ਕੁਛ ਹੋਰ ਇਹ ਤੋਂ ਬਿਨਾਂ, ਹੈ ਨਾ, ਤਾਂ ਉਹਦਾ ਅਸਰ ਵੀ ਜਿਹੜਾ ਬੱਚੇ 'ਤੇ ਪੈਂਦਾ ਹੈ। ਉਹ ਤੋਂ ਬਾਅਦ ਕਹਿੰਦੇ ਕਾਸਟ, ਰਿਲੀਜ਼ਨ ਅਤੇ ਨੈਸ਼ਨੈਲਿਟੀ ਦਾ ਅਸਰ ਵੀ ਜਿਹੜਾ ਬੱਚੇ 'ਤੇ ਦੇਖਣ ਨੂੰ ਮਿਲਦਾ ਹੈ। ਕੁਆਲਿਟੀ ਆਫ ਗਵਰਨਮੈਂਟ ਲਾਜ਼, ਦੇਖੋ ਅਗਰ ਬੱਚਾ ਮੰਨ ਕੇ ਚੱਲੋ ਵੀ ਕਿਸੇ ਐਵੇਂ ਦੀ ਕੰਟਰੀ 'ਚ ਰਹਿ ਰਿਹਾ ਜਿੱਥੇ ਜਿਹੜੇ ਲਾਅ ਨੇ ਬਹੁਤ ਸਟ੍ਰਿਕਟ ਨੇ, ਉੱਥੇ ਦੀ ਜਿਹੜੀ ਸਰਕਾਰ ਹੈ, ਉੱਥੇ ਰੂਲਸ ਰੈਗੂਲੇਸ਼ਨਸ ਪ੍ਰੋਪਰ ਫੋਲੋ ਹੁੰਦੇ ਨੇ, ਡਿਸਿਪਲਨ 'ਚ ਰਹੂਗਾ ਤਾਂ ਬੱਚਾ ਉੱਥੋਂ ਮਤਲਬ ਕਿ ਸਿੱਖੂ ਕਿ ਕਿਵੇਂ ਡਿਸਿਪਲਨ 'ਚ ਰਹਿਣਾ ਹੈ। ਅਗਰ ਕੋਈ ਐਵੇਂ ਦੀ ਕੰਟਰੀ 'ਚ ਹੈ ਜਿੱਥੇ ਰੂਲਸ ਅਤੇ ਰੈਗੂਲੇਸ਼ਨਸ ਨੂੰ ਕੁਛ ਵੀ ਨਹੀਂ ਮੰਨਿਆ ਜਾਂਦਾ ਤਾਂ ਬੱਚਾ ਇਨਡਿਸਿਪਲਿਨ ਕ੍ਰੀਏਟ ਕਰੂਗਾ। ਠੀਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਹੈ ਬੱਚੇ ਦੀ ਗਰੋਥ ਅਤੇ ਡਿਵੈਲਪਮੈਂਟ 'ਤੇ ਪੈਂਦਾ ਹੈ। ਇਕੱਲਾ ਆਪਾਂ ਇਹ ਨਹੀਂ ਕਹਿ ਸਕਦੇ
ਕਿ ਮਦਰ ਨੇ ਅਗਰ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਮਦਰ ਦੀਆਂ ਹੈਬਿਟਸ ਬੱਚੇ 'ਚ ਨੇ, ਪੇਰੈਂਟਸ ਦੀਆਂ ਹੈਬਿਟਸ ਬੱਚੇ 'ਚ ਨੇ, ਜਿਵੇਂ ਦੀ ਸੁਸਾਇਟੀ 'ਚ ਉਹ ਵਿਚਰਦਾ ਹੈ, ਜਿਵੇਂ ਦਾ ਉਹਦਾ ਮਾਹੌਲ ਆਲੇ ਦੁਆਲੇ ਦਾ, ਜਿਵੇਂ ਦਾ ਉਹਦਾ ਇਨਵਾਇਰਮੈਂਟ ਹੈ, ਹੈਰੀਡਿਟਰੀ ਫੈਕਟਰ ਵੀ ਬਹੁਤ ਮੈਟਰ ਕਰਦੇ ਨੇ ਇੱਥੇ, ਅਤੇ ਉਹਦੇ ਨਾਲ ਦੀ ਨਾਲ ਜਿਹੜਾ ਇਨਵਾਇਰਮੈਂਟ ਹੈ ਉਹ ਵੀ ਬਹੁਤ ਜ਼ਿਆਦਾ ਇੱਥੇ ਮੈਟਰ ਕਰਦਾ ਹੈ। ਉਮੀਦ ਹੈ ਕਿ ਜਿੰਨਾ ਕਿ ਇੱਥੇ ਤੱਕ ਅਸੀਂ ਨੇ ਪੜ੍ਹਾਇਆ ਤੁਹਾਨੂੰ ਸਮਝ ਲੱਗ ਗਈ ਹੋਣੀ ਹੈ। ਕੋਈ ਚੀਜ਼ ਔਖੀ ਨਹੀਂ ਸੀ, ਬਹੁਤ ਸੌਖੇ ਢੰਗ ਨਾਲ ਦੇਖੋ, ਜਿੰਨਾ ਸਾਨੂੰ ਲੱਗਦਾ ਹੈ ਕਿ ਈਜ਼ੀ ਤੋਂ ਈਜ਼ੀ ਤਰੀਕੇ ਨਾਲ ਅਸੀਂ ਤੁਹਾਨੂੰ ਸਮਝਾ ਸਕੀਏ। ਨੋਟ ਅਸੀਂ ਇੰਗਲਿਸ਼ ਮੀਡੀਅਮ 'ਚ ਕੀਤਾ ਕਿਉਂਕਿ ਪੇਪਰ ਤੁਹਾਡਾ ਜਿਹੜਾ ਇੰਗਲਿਸ਼ ਲੈਂਗੁਏਜ 'ਚ ਮੈਂਸ਼ਨ ਕੀਤਾ ਕਿ ਹੋਣਾ ਹੈ, ਬਟ ਸਮਝਾ ਅਸੀਂ ਟੋਟਲੀ ਪੰਜਾਬੀ 'ਚ ਰਹੇ ਹਾਂ। ਠੀਕ ਹੈ, ਇੰਨੀ ਕੁ ਸਮਝ ਤੁਹਾਨੂੰ ਹੋਊਗੀ। ਦੇਖੋ ਜਿਵੇਂ ਹੁਣ ਮੈਂ ਪੰਜਾਬੀ 'ਚ ਸਮਝਾ ਰਹੀ ਹਾਂ, ਤੁਸੀਂ ਉਹਨੂੰ ਆਪਣੀ ਵਰਡਿੰਗ 'ਚ ਅਗਰ ਨੋਟ ਕਰਨਾ ਚਾਹੁੰਦੇ ਹੋ ਤਾਂ ਨੋਟ ਕਰਕੇ ਆਪਣੇ ਜਿਹੜੇ ਨੋਟਸ ਵਗੈਰਾ ਪ੍ਰਪੇਅਰ ਕਰ ਸਕਦੇ ਹੋ, ਤਾਂ ਕਿ ਇਨ ਫਿਊਚਰ ਜਦੋਂ ਵੀ ਐਗਜ਼ਾਮ ਹੁੰਦਾ ਹੈ ਤੁਸੀਂ ਆਪਣੀ ਜਿਹੜੀ ਉੱਥੋਂ ਪ੍ਰੈਕਟਿਸ ਕਰ ਸਕਦੇ ਹੋ, ਰਿਵੀਜ਼ਨ ਕਰ ਸਕਦੇ ਹੋ। ਠੀਕ ਹੈ, ਟੌਪਿਕ ਕਵਰ ਕਰਕੇ ਮੈਂ ਦੇਖ ਰਹੀ ਹਾਂ ਕਿ ਯੂਨਿਟ 1 ਕੰਪਲੀਟ ਕਰਨ ਤੋਂ ਬਾਅਦ MCQ ਕਰਵਾਵਾਂ, ਜਾਂ ਫਿਰ ਕੋਈ ਇੱਕ ਜਿਵੇਂ ਪੂਰਾ ਟੌਪਿਕ ਅਗਰ ਕਵਰ ਹੋ ਗਿਆ ਉਹ ਤੋਂ ਬਾਅਦ ਜਿਹੜੇ MCQ ਤੁਹਾਨੂੰ ਡਿਸਕਸ ਕਰਵਾਏ ਜਾਣ। ਠੀਕ ਹੈ, ਜਿਵੇਂ ਹੋਊਗਾ ਉਹ ਮੈਂ ਤੁਹਾਨੂੰ MCQ ਵਗੈਰਾ ਕਰਵਾ ਦੂੰਗੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ। ਠੀਕ ਹੈ, ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡਾ ਪੜ੍ਹਾਇਆ ਹੋਇਆ ਤੁਹਾਨੂੰ ਸਮਝ ਆ ਰਿਹਾ ਕਿ ਨਹੀਂ ਆ ਰਿਹਾ। ਅਗਰ ਕਿਤੇ ਕਮੀ ਲੱਗ ਰਹੀ ਹੈ ਤੁਹਾਨੂੰ ਕਿ ਇੱਥੇ ਅਸੀਂ ਚੇਂਜਸ ਕਰ ਸਕਦੇ ਹਾਂ ਆਪਣੇ ਪੜ੍ਹਾਉਣ ਦੇ ਤਰੀਕੇ 'ਚ, ਅਗਰ ਪੋਸੀਬਲ ਹੋ ਸਕਿਆ ਤਾਂ ਅਸੀਂ ਜ਼ਰੂਰ ਕਰਾਂਗੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਦਾ ਫਾਇਦਾ ਹੋ ਸਕੇ ਜਿਨ੍ਹਾਂ ਨੇ CDPO ਦਾ ਪੇਪਰ ਦੇਣਾ ਹੈ। ਠੀਕ ਹੈ, ਫ੍ਰੀ ਆਫ ਕਾਸਟ ਆਪਾਂ ਜਿਹੜੀ ਤੁਹਾਡੇ ਪੇਪਰ ਦੀ ਤਿਆਰੀ ਕਰਵਾ ਰਹੇ ਹਾਂ। ਕੋਈ ਇਸ ਤਰ੍ਹਾਂ ਨਹੀਂ ਹੋਊਗਾ ਕਿ 1 ਯੂਨਿਟ 2 ਯੂਨਿਟ ਕਰਾ ਕੇ ਪੇਡ ਕੋਰਸ ਹੋਊਗਾ, ਨਹੀਂ। ਦੇਖੋ ਮੈਂ ਆਪਣਾ ਪੂਰਾ ਆਪਣੇ ਵੱਲੋਂ ਬੈਸਟ ਦੇ ਰਹੀ ਹਾਂ, ਜਿੰਨਾ ਮੈਨੂੰ ਲੱਗਦਾ ਕਿ ਮੈਂ ਹੋਰ ਬੈਸਟ ਕਰ ਸਕਦੀ ਹਾਂ ਉਹਨਾਂ ਮੈਂ ਤੁਹਾਡੇ ਲਈ ਕਰੂੰਗੀ। ਜਿੰਨੇ ਮੈਨੂੰ ਤਾਂ ਇਹੀ ਹੈ ਕਿ ਵੱਧ ਤੋਂ ਵੱਧ ਬੱਚੇ ਸਿਲੈਕਟ ਹੋਣ। ਦੇਖੋ ਜਿੰਨੀਆਂ ਕੁ ਵੇਕੈਂਸੀਜ਼ ਨੇ ਸਿਲੈਕਟ ਤਾਂ ਉਨੇ ਕੁ ਬੱਚਿਆਂ ਨਹੀਂ ਹੋਣਾ। ਹੁਣ NTT ਦੇ ਵਿੱਚ ਵੀ ਤਕਰੀਬਨ ਐਵੇਂ ਦੇ ਸਿਲੇਬਸ ਹੈ, ਸੁਪਰਵਾਈਜ਼ਰ ਦੇ ਪੇਪਰ ਦੇ ਵਿੱਚ ਵੀ ਤੁਹਾਨੂੰ ਇਹ ਸਿਲੇਬਸ ਕੰਮ ਆਊਗਾ। ਸੁਪਰਵਾਈਜ਼ਰ ਦੀਆਂ ਵੇਕੈਂਸੀਜ਼ ਤਾਂ ਆਊਟ ਹੋਣਗੀਆਂ ਜਦੋਂ ਮਰਜ਼ੀ ਹੋਣ, ਕਿਉਂਕਿ ਪੋਸਟਾਂ ਬਹੁਤ ਖਾਲੀ ਪਈਆਂ ਨੇ। ਠੀਕ ਹੈ, ਜਿਨ੍ਹਾਂ ਨੇ ਫੋਰਮ ਵਗੈਰਾ ਨਹੀਂ ਫਿਲ ਕੀਤਾ ਤੁਸੀਂ ਆਪਣਾ CDPO ਲਈ ਫੋਰਮ ਫਿਲ ਕਰ ਦਿਓ, ਲਾਸਟ ਡੇਟ ਦੀ ਵੇਟ ਨਾ ਕਰਿਆ ਕਰੋ। ਠੀਕ ਹੈ, ਅਤੇ ਜਿਨ੍ਹਾਂ ਦਾ ਇੰਟਰਸਟ ਨਹੀਂ ਹੈਗਾ ਇਸ ਚੀਜ਼ 'ਚ ਕਿ ਵੇਕੈਂਸੀਜ਼ ਘੱਟ ਨੇ, ਮਤਲਬ ਮੈਂ ਇਹ ਕਹੂੰਗੀ ਕਿ ਕਿਉਂ ਨਹੀਂ ਇੰਟਰਸਟ ਤੁਹਾਡਾ। ਅਗਰ ਵੇਕੈਂਸੀਜ਼ ਘੱਟ ਨੇ ਫਿਰ ਕੀ ਹੋਇਆ, ਕੋਈ ਗੱਲ ਨਹੀਂ, ਪੇਪਰ ਦੇ ਕੇ ਤਾਂ ਦੇਖੋ ਕਿ ਕਿਸ ਲੈਵਲ ਦਾ ਪੇਪਰ ਹੁੰਦਾ ਹੈ। ਕੋਈ ਪਤਾ ਨਹੀਂ ਹੁੰਦਾ ਤੁਹਾਡੀ ਕਿਸਮਤ ਦੇ ਵਿੱਚ, ਜਿਨ੍ਹਾਂ ਨੇ ਸੁਪਰਵਾਈਜ਼ਰ ਦਾ ਪੇਪਰ ਦੇਣਾ ਸੀ ਤੁਹਾਡੀ ਕਿਸਮਤ 'ਚ CDPO ਦੀ ਪੋਸਟ ਹੋਵੇ, ਕੁਝ ਨਹੀਂ ਕਹਿ ਸਕਦੇ ਆਪਾਂ। ਠੀਕ ਹੈ, ਮਿਹਨਤ ਕਰੋ। ਮਤਲਬ ਕਿ ਮੈਂ ਦੇਖੋ ਕਈ ਬੱਚੇ ਸੁਣੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਕਿ ਵੀ ਆਪਣੀ ਕਿਸਮਤ 'ਚ ਜੋ ਲਿਖਿਆ ਆਪਾਂ ਨੂੰ ਉਹ ਮਿਲਦਾ, ਹਰੇਕ ਹਾਲਤ 'ਚੋਂ ਆਪਾਂ ਨੂੰ ਮਿਲੂ। ਅਤੇ ਇਹ ਗੱਲ ਬਿਲਕੁਲ ਸੱਚ ਹੈ, ਜਿਹੜਾ ਆਪਣੀ ਕਿਸਮਤ 'ਚ ਲਿਖਿਆ, ਅਗਰ ਤੁਹਾਡੀ ਕਿਸਮਤ 'ਚ ਗੌਰਮੈਂਟ ਜੋਬ ਲਿਖੀ ਹੈ, ਜਿਹੜੀ ਜਗ੍ਹਾ ਦਾ ਦਾਣਾ ਪਾਣੀ ਲਿਖਿਆ ਤੁਹਾਨੂੰ ਜ਼ਰੂਰ ਮਿਲੂ, ਪਰ ਮਿਲੂ ਤਾਂ ਅਗਰ ਤੁਸੀਂ ਮਿਹਨਤ ਕਰੋਗੇ। ਹੁਣ ਤੁਸੀਂ ਇਹ ਲਾ ਲਓ ਬੈੱਡ 'ਤੇ ਸੁੱਤੇ ਪਏ ਰਹੇ ਹੋ, 11 ਵਜੇ ਉੱਠਦੇ ਹੋ, ਕੋਈ ਤੁਹਾਡਾ ਇੰਟਰਸਟ ਨਹੀਂ ਸਟੱਡੀ 'ਚ, ਕਿਵੇਂ ਪੇਪਰ ਕਰੈਕ ਕਰ ਲਓਗੇ? ਫਿਰ ਕਿਹੜੀ ਕਿਸਮਤ ਨੇ ਤੁਹਾਡਾ ਸਾਥ ਦੇਣਾ ਹੈ? ਕਿਸਮਤ ਵੀ ਕਹਿੰਦੇ ਉਹਨਾਂ ਦੇ ਸਾਥ ਦਿੰਦੀ ਹੈ ਜਿਹੜੇ ਬੱਚੇ ਮਿਹਨਤ ਕਰਦੇ ਨੇ। ਹੁਣ ਸਾਨੂੰ ਇਹ ਵੀ ਪਤਾ ਹੈ, ਪਿਛਲੀ ਵਾਰੀ ਦੇਖੋ ਕਿੰਨੀ ਬੱਚਿਆਂ ਨੇ ਮਿਹਨਤ ਕਰਕੇ, ਕਿਸੇ ਨੇ ਪੰਜਾਬ ਪੁਲਿਸ ਦਾ ਪੇਪਰ ਦਿੱਤਾ, ਪਟਵਾਰੀ ਦਾ ਪੇਪਰ ਦਿੱਤਾ, ਅਲੱਗ-ਅਲੱਗ ਜਿਹੜੀਆਂ ਵੇਕੈਂਸੀਜ਼ ਆਊਟ ਹੋਈਆਂ ਸੀ ਪੇਪਰ ਦਿੱਤੇ, ਹੈ ਨਾ। ਜਦੋਂ ਹੁਣ ਸਰਕਾਰ ਨਿਕੰਮੀ ਨਿਕਲ ਗਈ ਤਾਂ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਟੋਟਲੀ ਸਾਡਾ ਹੀ ਕਸੂਰ ਹੈ ਕਿ ਆਪਾਂ ਘੱਟ ਪੜ੍ਹੇ ਹਾਂ, ਕਿਉਂਕਿ ਮੇਰੇ ਅਕੋਰਡਿੰਗ ਕਿ ਗੌਰਮੈਂਟ ਦੀ ਵੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ ਅਗਰ ਬੇਰੁਜ਼ਗਾਰੀ ਇੰਨੀ ਹੱਦ ਤੱਕ ਵੱਧ ਗਈ ਤਾਂ ਉਹਨੂੰ ਕਿਵੇਂ ਘੱਟ ਕਰ ਸਕਦੇ ਨੇ। ਇੱਕ ਦਿਨ 'ਚ ਬੇਰੁਜ਼ਗਾਰੀ ਦਾ ਹੱਲ ਨਹੀਂ ਹੋਊਗਾ। ਠੀਕ ਹੈ, ਹੁਣ ਤੁਸੀਂ ਲੈ ਲਓ ਪਿੱਛੇ ਦੇਖੋ ਕਿੰਨੇ ਸਾਲਾਂ ਤੋਂ ਹਰ ਸਾਲ ਨਵੇਂ ਜਿਹੜੇ ਬੱਚੇ ਬੇਰੁਜ਼ਗਾਰ ਹੋ ਰਹੇ ਨੇ, ਤਾਂ ਕੋਈ ਨਾ ਕੋਈ ਸਰਕਾਰਾਂ ਨੂੰ ਵੀ ਇਹਦਾ ਹੱਲ ਕੱਢਣਾ ਪਊ। ਪਰ ਤੁਸੀਂ ਮਿਹਨਤ ਕਰਦੇ ਰਹੋ, ਤੁਹਾਡੀ ਮਿਹਨਤ ਦਾ ਫਲ ਜਿਹੜਾ ਤੁਹਾਨੂੰ ਜ਼ਰੂਰ ਮਿਲੂਗਾ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ, ਜਿੰਨਾ ਵਧੀਆ ਰਿਸਪੌਂਸ ਤੁਸੀਂ ਦਿਓਗੇ ਸਾਨੂੰ ਵੀ ਹੌਸਲਾ ਮਿਲਦਾ ਹੈ ਕਿ ਅਸੀਂ ਆਪਣੀ ਮਿਹਨਤ ਕਰਕੇ ਤੁਹਾਨੂੰ ਪੜ੍ਹਾ ਰਹੇ ਹਾਂ, ਕਿ ਬੱਚਿਆਂ ਨੂੰ ਸਮਝ ਆ ਰਿਹਾ ਹੈ। ਠੀਕ ਹੈ, ਵੱਧ ਤੋਂ ਵੱਧ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਧੰਨਵਾਦ।